ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸਾਹਿਬ ਸਿੰਘ, ਐਜੂਕੇਸ਼ਨ ਡਿਪਾਰਟਮੈਂਟ ਬਤੌਰ ਟੀਚਰ ਮੈਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ। ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਨੇ ਜਿਹੜੀਆਂ ਬੰਦੇ ਦੀ ਜ਼ਿੰਦਗੀ 'ਤੇ ਅਸਰ ਕਰਦੀਆਂ ਨੇ। ਉਹਨਾਂ ਘਟਨਾਵਾਂ ਦਾ ਜੇਕਰ ਬੰਦੇ ਨੂੰ ਸਹੀ ਤਰੀਕੇ ਨਾਲ ਗੋਲ ਨਿਸ਼ਾਨਾ ਮਿਲ ਜੇ, ਉਹੀ ਘਟਨਾਵਾਂ ਵਰਦਾਨ ਸਿੱਧ ਹੁੰਦੀਆਂ। ਮੇਰੀ ਜ਼ਿੰਦਗੀ ਦੇ ਵਿੱਚ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਬਚਪਨ 'ਚ ਮੇਰੀ ਨਿਗਾਹ ਘਟ ਗਈ। ਨਿਗਾਹ ਘਟਣ ਦੇ ਨਾਲ ਮੈਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਿਗਾਹ ਘਟਣਾ ਇੱਕ ਆਮ ਪ੍ਰਵਿਰਤੀ ਹੈ ਬੱਚੇ ਦੀ, ਪਰ ਮੇਰੇ ਵਿੱਚ ਜ਼ਿੰਦਗੀ ਵਿੱਚ ਕੀ ਹੋਇਆ ਕਿ ਜਦੋਂ ਨਿਗਾਹ ਘਟੀ, ਨਿਗਾਹ ਦੇ ਨਾਲ ਹੀ ਜਿਹੜਾ ਮੇਰਾ ਨੰਬਰ ਆਇਆ ਉਹ ਸਿਲੰਡਰੀਕਲ ਆਇਆ। ਸਿਲੰਡਰੀਕਲ ਨੰਬਰ ਦੇ ਵਿੱਚ ਜਿਹੜਾ ਮੇਰਾ ਸਿਲੰਡਰ ਆਇਆ ਉਹ ਬਹੁਤ ਹਾਈ ਸੀਗਾ ਤੇ ਉਸ ਦੇ ਵਿੱਚ ਐਂਟ ਜਿਹੜੀ ਬਣਦੀ ਸੀ ਉਹ ਕਿਸੇ ਤੋਂ ਪ੍ਰੋਪਰ ਐਂਟ ਬਣ ਨਹੀਂ ਪਾਉਂਦੀ ਸੀ। ਮੈਨੂੰ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਬੜਾ ਮੁਸ਼ਕਲ ਰਿਹਾ। ਔਖੇ ਸੌਖੇ 10 ਜਮਾਤਾਂ ਕੀਤੀਆਂ, 10ਵੀਂ ਤੋਂ ਬਾਅਦ 12 ਕੀਤੀਆਂ। ਘਰਦਿਆਂ ਨੂੰ ਆਖਿਆ ਕਿ ਮੈਨੂੰ ਕੰਮ ਸਿਖਾ ਦਿਓ, ਮੈਂ ਅੱਗੇ ਪੜ੍ਹ ਨਹੀਂ ਸਕਦਾ, ਕਿਉਂਕਿ ਪੜ੍ਹਨ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ। ਦੇਖਣ ਦੇ ਵਿੱਚ ਮੈਂ ਆਪਣੇ ਮਾਪਿਆਂ ਨੂੰ ਜਦੋਂ ਕੰਮ ਲਈ ਆਖਿਆ, ਉਹਨਾਂ ਨੇ ਮੈਨੂੰ ਮੇਰੇ ਨਾਨਕੇ ਭੇਜਤਾ। ਫਾਦਰ ਸਾਹਿਬ ਫੌਰਨ ਦੇ ਵਿੱਚ ਸਨ। ਨਾਨਕਿਆਂ ਨੇ ਮੈਨੂੰ ਮੇਰੇ ਕੰਮ ਬਾਰੇ ਪੁੱਛਿਆ, ਮੇਰੇ ਕੰਮ ਕਿਹੜਾ ਸਿੱਖਣਾ ਹੈ। ਉਹਨਾਂ ਦੇ ਦੱਸਣ ਮੁਤਾਬਕ ਜਦੋਂ ਉਹਨਾਂ ਨੇ ਕੰਮ ਦੱਸੇ ਤਾਂ ਮੈਂ ਉਹਨਾਂ ਨੂੰ ਆਖਿਆ ਮੈਂ ਇਹਨਾਂ ਕੰਮਾਂ 'ਚ ਕੋਈ ਕੰਮ ਨਹੀਂ ਕਰਨਾ, ਮੈਂ ਸਿਰਫ ਆਪਣਾ ਇੱਕ ਕੱਪੜੇ ਦਾ ਕੰਮ ਕਰਨਾ ਚਾਹੁੰਦਾ, ਕੱਪੜੇ ਦੀ ਨਿਗਾਹ ਘੱਟ ਲੱਗੀ। ਸਾਡੇ ਟੈਕਨੀਕਲ ਪਰਿਵਾਰ ਦੇ ਵਿੱਚ ਸਾਡਾ ਜਨਮ ਹੋਣ ਕਰਕੇ ਸਾਡੇ ਨਾਨਕੇ ਪਰਿਵਾਰ ਨੇ ਮੈਨੂੰ ਆਪਣੇ ਕੰਮਾਂ ਕਰਨ ਲਈ ਪ੍ਰੇਰਿਤ ਕੀਤਾ। ਗੱਲ ਨੂੰ ਮੰਨਿਆ ਵੀ। ਮੰਨਣ ਤੋਂ ਬਾਅਦ ਮੈਂ ਆਪਣੇ ਸਾਲ ਦੇ ਅੰਦਰ ਹੀ ਉੱਥੋਂ ਦੇ ਜਿਹੜੇ ਸਾਰੇ ਕੰਮ ਸੀ ਉਹ ਮੈਂ ਸਿੱਖ ਗਿਆ। ਪਰ ਮਨ ਬਹੁਤ ਦੁਖੀ ਸੀ ਕਿਉਂਕਿ ਨਿਗਾਹ ਦੀ ਪ੍ਰੋਬਲਮ ਸੀ, ਨਿਗਾਹ ਲਾਉਣੀ ਬਹੁਤ ਔਖੀ ਸੀ। ਪਰ ਉਹ ਕੰਮ ਕਰਦੇ ਸਮੇਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਣ ਲੱਗ ਪਈ। ਟੈਕਨੀਕਲ ਕੰਮ ਜਿਹੜਾ ਹੈਗਾ ਉਹ ਮੈਂ ਕਰਦਾ। ਟੈਕਨੀਕਲ ਕੰਮ ਕਰਦੇ ਕਰਦੇ ਜਦੋਂ ਮੈਂ ਨਿਗਾਹ ਦੀ ਮੈਨੂੰ ਪ੍ਰੋਬਲਮ ਜ਼ਿਆਦਾ ਹੋ ਗਈ, ਮੈਂ ਦੁਬਾਰਾ ਫਿਰ ਪੜ੍ਹਨਾ ਸ਼ੁਰੂ ਕੀਤਾ, ਪੜ੍ਹਾਈ ਸ਼ੁਰੂ ਕਰਤੀ। ਪੜ੍ਹਾਈ ਕਰਨ ਤੋਂ ਬਾਅਦ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਮੈਨੂੰ ਸਰਵਿਸ ਮਿਲ ਗਈ ਤੇ ਇਹ ਇੱਕ ਹੌਸਲਾ ਹੋ ਗਿਆ ਕਿ ਹੁਣ ਰੋਟੀ ਤੋਂ ਪੀਣਾ ਤੇ ਜੋਬ ਮਿਲ ਗਈ ਹੈਗੀ ਹੈ ਤੇ ਜ਼ਿੰਦਗੀ ਦਾ ਨਿਰਵਾਹ ਚੰਗਾ ਹੋ ਗਿਆ। ਪਰ ਹੋਇਆ ਕਿ ਕੁਝ ਸਮਾਂ ਬਾਅਦ ਜਦੋਂ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆਇਆ ਤਾਂ ਮੈਂ ਆਪਣੇ ਸਟੂਡੈਂਟ ਨੂੰ, ਆਪਣੇ ਬੱਚਿਆਂ ਨੂੰ ਕੱਪੜਿਆਂ ਦੇ ਪੂਰੇ ਪਾਉਣੇ ਸ਼ੁਰੂ ਕੀਤੇ। ਉਹ ਪੂਰੇ ਦੇ ਵਿੱਚ ਪਾਉਂਦਿਆਂ ਮੈਨੂੰ ਮੇਰੇ ਬੱਚਿਆਂ ਨੇ ਕਿਉਂ ਮੈਨੂੰ ਮੇਰੀ ਲਿਖਾਈ ਦੇ ਵਿੱਚ ਸੁਧਾਰ ਕਰ ਦਿੱਤਾ, ਮੈਨੂੰ ਇਸ ਦਾ ਪਤਾ ਹੀ ਨਹੀਂ ਲੱਗਿਆ। ਆਪਣੇ ਲਿਖਾਈ ਕਰਦਿਆਂ ਮੇਰਾ ਇਹ ਜਿਹੜਾ ਕੰਮ ਸੀਗਾ ਲਿਖਾਈ ਦਾ, ਮਾੜਾ ਮੋਟਾ ਮੈਂ ਜਿਹੜਾ ਕਰਦਾ ਸੀਗਾ ਬੱਚਿਆਂ ਨੂੰ ਸਿਖਾਉਣ ਦਾ, ਉਹ ਅਧਿਆਪਕਾਂ ਨੂੰ ਵੀ ਪਤਾ ਲੱਗਿਆ। ਅਧਿਆਪਕਾਂ ਨੇ ਮੈਨੂੰ ਪ੍ਰੇਰਿਤ ਕੀਤਾ। ਪੜ੍ਹੋ ਪੰਜਾਬ ਉਸ ਸਮੇਂ ਬਾਅਦ ਸ਼ੁਰੂ ਹੋ ਗਿਆ। ਉਸ ਸਮੇਂ ਵਿੱਚ ਅਧਿਆਪਕਾਂ ਦੇ ਜਿਹੜੇ ਮੁਕਾਬਲੇ ਹਨ ਉਹ ਸ਼ੁਰੂ ਹੋਏ। ਮੇਰੇ ਅਧਿਆਪਕਾਂ ਨੇ ਮੈਨੂੰ ਪ੍ਰੇਰਿਤ ਕਰਕੇ ਬਲਾਕ ਵਿੱਚ ਬਿਠਾਇਆ। ਬਲਾਕ ਵਿੱਚ ਮੈਨੂੰ ਮੇਰੀ ਪੋਜੀਸ਼ਨ ਆ ਗਈ। ਪੋਜੀਸ਼ਨ ਆਉਣ ਤੋਂ ਬਾਅਦ ਮੈਨੂੰ ਜ਼ਿਲ੍ਹੇ 'ਚ ਲੈ ਕੇ ਗਏ। ਜ਼ਿਲ੍ਹੇ ਤੋਂ ਪੋਜੀਸ਼ਨ ਬਣ ਗਈ। ਬੱਚੇ ਜਿਹੜੇ ਲੈ ਕੇ ਜਾਂਦੇ ਸੀ ਉਹਨੂੰ ਵੀ ਸਟੇਟ ਤੱਕ ਜਿਹੜਾ ਹੈਗਾ ਬੱਚਿਆਂ ਨੂੰ ਮੈਂ ਲੈ ਕੇ ਗਿਆ। ਇਹ ਸਮਾਂ ਜਿਹੜਾ ਸੀਗਾ ਇਹ ਚੱਲਦਾ ਗਿਆ। ਪਰ ਕਦੇ ਵੀ ਮਨ ਦੇ ਵਿੱਚ ਇਹ ਨਹੀਂ ਸੀ ਆਈ ਕਿ ਮੈਂ ਇਸ ਲਿਖਾਈ ਨੂੰ ਐਜ ਏ ਕੈਲੀਗ੍ਰਾਫੀ ਅੱਗੇ ਤੋਰਾਂ। ਸਾਡੇ ਇੱਕ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਸਤਿਕਾਰਤ ਵੀਰ, ਛੋਟਾ ਸੀ ਉਮਰ ਦੇ ਵਿੱਚ ਸਾਡੇ ਤੋਂ ਬਹੁਤ, ਉਹਨੇ ਪੰਜਾਬੀ ਦੀ ਕੈਲੀਗ੍ਰਾਫੀ ਸ਼ੁਰੂ ਕੀਤੀ। ਉਸ ਕੈਲੀਗ੍ਰਾਫੀ ਦੇ ਵਿੱਚ ਉਹਨੇ 12 ਸਾਲ ਦਾ ਸਰੂਪ ਲਿਖਣ ਦਾ ਇੱਕ ਮਨ ਬਣਾਇਆ। ਮੇਰਾ ਉਹਨਾਂ ਦਾ ਸੰਪਰਕ ਹੋਇਆ, ਮੈਂ ਉਹਦੇ ਕੋਲ ਜਾਣ ਲੱਗ ਪਿਆ। ਜਾਣ ਨਾਲ ਮੈਂ ਉਹਨੂੰ ਇੱਕ ਬੇਨਤੀ ਕੀਤੀ, ਮੈਂ ਛੋਟੇ ਵੀਰ ਜੇ ਤੂੰ ਚਾਹੇ ਕਿ ਤੂੰ ਇਸ ਕੰਮ ਨੂੰ ਮੰਨਣੇ ਵਾਲਾ ਜਿਹਾ ਤੇ ਮੈਂ ਵੀ ਤੇਰਾ ਇੱਕ ਮੈਂ ਇਸ ਕਾਰਜ ਦੇ ਤੇਰੇ ਨਾਲ ਹੱਥ ਵਟਾਉਣਾ ਚਾਹੁੰਦਾ। ਮਾਰਾ ਸਰੂਪ ਆਪਾਂ ਦੋਵੇਂ ਇਕੱਠੇ ਬਹਿ ਕੇ ਲਿਖਾਂਗੇ, ਇੱਕ ਤੂੰ ਸ਼ੁਰੂ ਕਰ ਲਈ, ਇੱਕ ਮੈਂ ਕਰ ਲਾਂਗੇ। ਉਸ ਸਮੇਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਸਨੇ 12 ਸਾਲ ਦਾ ਸਰੂਪ ਉਦਾਸ ਕਰਕੇ ਸ਼ੁਰੂ ਕਰ ਦਿੱਤਾ ਹੈ। ਪਰ ਮੈਂ ਉਹ ਬਹੁਤ ਨਿਰਾਸ਼ ਹੋਇਆ। ਚਲੋ ਉਸ ਸਮਾਂ ਬੀਤਿਆ, ਚੱਲਦਾ ਗਿਆ ਕੰਮ। ਉਸ ਵੀਰ ਨੇ ਮੇਰੇ ਸੰਬੰਧ ਦੇ ਵਿੱਚ ਕਿਸੇ ਹੋਰ ਟੀਚਰ ਦੇ ਕੋਲੇ ਕੋਈ ਅਜਿਹੀ ਗੱਲ ਕਹਿਤੀ, ਉਹ ਗੱਲ ਮੇਰੇ ਕੋਲ ਪਹੁੰਚ ਗਈ। ਉਸ ਗੱਲ ਦੇ ਪਹੁੰਚਣ ਨਾਲ ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੋਇਆ ਕਿ ਯਾਰ ਇਹ ਗੱਲ ਦਾ ਮਤਲਬ ਬਹੁਤ ਅਜੀਬ ਹੈ। ਮੈਂ ਆਪਣੇ ਇੱਕ ਦੋਸਤ ਨਾਲ ਗੱਲਬਾਤ ਕੀਤੀ, ਟੀਚਰ ਹੈ। ਉਹਨੇ ਇਸ ਗੱਲ ਦਾ ਜਿਹੜਾ ਅਹਿਸਾਸ ਕੀਤਾ ਵੀ ਹਾਂ ਕੁਛ ਨਾ ਕੁਛ ਆਪਾਂ ਨੂੰ ਕਰਨਾ ਚਾਹੀਦਾ ਹੈ। ਇਸ ਦੋਨੋਂ ਨੇ ਇਕੱਠੇ ਹੋ ਕੇ ਅਭਿਆਸ ਸ਼ੁਰੂ ਕੀਤਾ। ਅਭਿਆਸ ਸ਼ੁਰੂ ਕਰਨ ਦੇ ਨਾਲ ਅਸੀਂ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਪੰਜਾਬੀ ਲਿਖਣ ਦਾ ਜਿਹੜਾ ਕਾਰਜ ਸੀਗਾ ਉਸ ਨੂੰ ਹੱਥ ਚੰਗਾ ਕਰ ਲਿਆ। ਪਰ ਮੇਰੀ ਨਿਗਾਹ ਘੱਟ ਸੀ। ਮੈਂ ਉਹ ਜੋ ਆਪਣੀ ਜ਼ਿੰਦਗੀ ਦੇ ਵਿੱਚ ਟੈਕਨੀਕਲੀ ਪਰਿਵਾਰ ਦੇ ਵਿੱਚ ਹੋਣ ਕਰਕੇ ਜਿਹੜੀ ਮੈਨੂੰ ਮੁਹਾਰਤ ਹਾਸਲ ਸੀ, ਉਹ ਸਾਰੀ ਦੀ ਸਾਰੀ ਮੁਹਾਰਤ ਮੈਂ ਇਸ ਕੈਲੀਗ੍ਰਾਫੀ ਦੇ ਵਿੱਚ ਵਰਤੀ। ਉਹ ਮੈਂ ਉਸ ਢੰਗ ਤਰੀਕੇ ਅਪਣਾਏ ਜਿਹੜੇ ਕਿ ਇੱਕ ਪੰਜਾਬੀ ਲਿਖਾਈ ਨੂੰ ਸੁੰਦਰ ਕਰਨ ਦੇ ਵਿੱਚ ਬਹੁਤ ਵਧੀਆ ਸਹਾਈ ਹੋਏ।
ਨਿਗਾਹ ਘੱਟ ਹੋਣ ਕਰਕੇ ਮੇਰੇ ਤੋਂ ਉਹ ਪਕੜ ਨਹੀਂ ਬਣਦੀ ਸੀ। ਮੈਂ ਆਪਣੇ ਬਹੁਤ ਹੀ ਪਿਆਰੇ ਵੀਰ ਨਾਲ ਉਸ ਨੂੰ ਮੈਂ ਆਪ ਜਿਹੜਾ ਸੀਗਾ ਮੈਂ ਪਾਉਣਾ ਸ਼ੁਰੂ ਕੀਤਾ, ਦੱਸਣਾ ਸ਼ੁਰੂ ਕੀਤਾ। ਉਹ ਮੇਰਾ ਵੀਰ ਬਹੁਤ ਵਧੀਆ ਮੁਹਾਰਤ ਹਾਸਲ ਹੋ ਗਈ, ਬਹੁਤ ਵਧੀਆ ਕੰਮ ਕਰਨ ਲੱਗ ਪਿਆ। ਮੈਂ ਸਿਰਫ ਮੇਰਾ ਮਕਸਦ ਇਹ ਸੀ ਕਿ ਮੈਂ ਉਸ ਵੀਰ ਨੂੰ ਇਹ ਦਿਖਾਵਾਂ ਜਿਹਨੇ ਇਹ ਮੈਨੂੰ ਕੋਈ ਗੱਲ ਪਿੰਚ ਹੋਣ ਵਾਲੀ ਕੀਤੀ ਕਿ ਨਹੀਂ ਵੀਰ, ਅਸੀਂ ਇਹ ਬੱਚਿਆਂ ਨੂੰ 12-15 ਸਾਲਾਂ ਦੇ ਵਿੱਚ ਤਿਆਰ ਕਰਕੇ ਕੰਪੀਟੀਸ਼ਨ ਲੜਾ ਸਕਦੇ ਹਾਂ। ਇਹ ਸਾਡੇ ਵਾਸਤੇ ਕੋਈ ਵੀ ਵੱਡੀ ਗੱਲ ਨਹੀਂ ਹੈ। ਪੰਜਾਬੀ ਦੀ ਕੈਲੀਗ੍ਰਾਫੀ ਕਰਨੀ ਅਸੀਂ ਕਰ ਸਕਦੇ ਹਾਂ। ਪਰ ਥੋੜੇ ਸਮੇਂ ਬਾਅਦ ਮੈਨੂੰ ਆਭਾਸ ਹੋਇਆ, ਮੇਰਾ ਵੀਰ ਘਰੇ ਕੰਮ ਪ੍ਰੈਕਟਿਸ ਕਰਦਾ ਸੀ, ਮੈਂ ਥੋੜੀ ਬਹੁਤੀ ਘਰੇ ਪ੍ਰੈਕਟਿਸ ਕਰਦਾ ਸੀ, ਮੈਂ ਵੀ ਲਿਖਦਾ ਸੀ। ਇੱਕ ਵਾਰੀ ਘਟਨਾ ਵਾਪਰੀ ਤੇ ਸਾਡੇ ਘਰੇ ਸਾਡੇ ਬਹੁਤ ਸਤਿਕਾਰਤ ਵੀਰ ਜਿਹੜੇ ਸਾਡੇ ਫੈਮਿਲੀ ਡਾਕਟਰ ਨੇ ਰਾਜ ਸਿੰਘ ਬੈਂਸ, ਉਹ ਘਰੇ ਆਏ। ਉਹਨਾਂ ਦੇ ਘਰੇ ਆਉਣ ਦੇ ਨਾਲ ਮੈਂ ਉਹਨਾਂ ਨੂੰ ਆਪਣੀਆਂ ਲਿਖਤਾਂ ਵਿਖਾਈਆਂ। ਲਿਖਤਾਂ ਵੇਖ ਕੇ ਉਹ ਬਹੁਤ ਖੁਸ਼ ਹੋਏ। ਉਹਨਾਂ ਨੇ ਆਖਿਆ ਕਿ ਸਾਹਿਬ ਸਿਆਂ, ਇਹ ਕੰਮ ਤੂੰ ਹੁਣ ਛੱਡੀ ਨਾ, ਕਾਰਜ ਨੂੰ ਅੱਗੇ ਸਿਰੇ ਲੈ ਕੇ ਜਾ, ਤੇਰਾ ਬਹੁਤ ਹੱਥ ਟਿਕਿਆ, ਬਹੁਤ ਵਧੀਆ ਕੰਮ ਕਰਦਾ ਹੈ। ਮੈਂ ਆਪਣੀ ਮਜਬੂਰੀ ਉਹਨਾਂ ਕੋਲ ਜਤਾਈ ਕਿ ਮੈਨੂੰ ਪ੍ਰੋਪਰ ਨਿਗਾਹ ਨਹੀਂ ਚਾਹੁੰਦਾ, ਮੈਂ ਇਸ ਨੂੰ ਅੰਦਾਜ਼ੇ ਨਾਲ ਕੰਮ ਕਰਦਾ, ਮੇਰਾ ਨਿਗਾਹ ਨਹੀਂ ਪੂਰੀ ਬਣਦੀ। ਉਹਨਾਂ ਨੇ ਮੈਨੂੰ ਜਾਂਦੇ ਜਾਂਦੇ ਇੱਕ ਗੱਲ ਕਹੀ, ਸਾਹਿਬ ਸਿੰਘ ਨਿਰਾਸ਼ ਨਾ ਹੋ, ਜ਼ਿੰਦਗੀ ਦੇ ਵਿੱਚ ਤੂੰ ਮਹਾਨ ਬੰਦਿਆਂ ਦੀਆਂ ਹਿਸਟਰੀਆਂ ਦੇਖ, ਉਹਨਾਂ ਹਿਸਟਰੀਆਂ ਦੇ ਵਿੱਚ ਉਹਨਾਂ ਬੰਦਿਆਂ ਨੇ ਹੀ ਕਾਮਯਾਬੀਆਂ ਹਾਸਲ ਕੀਤੀਆਂ ਜਿਨ੍ਹਾਂ ਨੂੰ ਕੋਈ ਨਾ ਕੋਈ ਸਰੀਰਕ ਪਈ ਸੀ, ਪਰੇਸ਼ਾਨੀ ਸੀ। ਪਰ ਤੂੰ ਜੇ ਉਹਨਾਂ ਬੰਦਿਆਂ ਵੱਲ ਵੇਖੇ ਤਾਂ ਇਹ ਕੋਈ ਵੱਡੀ ਗੱਲ ਨਹੀਂ, ਤੂੰ ਹੀ ਕੋਈ ਮਹਾਨ ਕੰਮ ਕਰ ਸਕਦਾ ਹੈ, ਵੱਡਾ ਕਾਰਜ ਕਰ ਸਕਦਾ ਹੈ ਜੇ ਤੂੰ ਇਸ ਚੀਜ਼ ਨੂੰ ਆਪਣਾ ਏਮ ਬਣਾ ਕੇ ਚੱਲੇ। ਮੈਂ ਜ਼ਰੂਰ ਕੁਛ ਕਰਨਾ। ਉਸ ਚੀਜ਼ ਨੇ ਮੇਰੇ ਦਿਲ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ, ਅਸਰ ਕੀਤਾ। ਮੈਂ ਆਪਣਾ ਜਵਾਬ ਤੋਂ ਫਿਰ ਪੂਰਾ ਮੋਟੀਵੇਟ ਹੋ ਕੇ ਇਹ ਕਾਰਜ ਨੂੰ ਸ਼ੁਰੂ ਕੀਤਾ। ਇਹ ਕਾਰਜ ਮੇਰੇ ਵਾਸਤੇ ਵਰਦਾਨ ਸਿੱਧ ਹੋਇਆ। ਮੈਂ ਥੋੜ੍ਹੇ ਹੀ ਸਮੇਂ ਦੇ ਵਿੱਚ ਆਪਣੇ ਸਟੱਡੀ ਸਰਕਲ ਵਾਲੇ ਵੀਰ ਹਨ, ਉਹਨਾਂ ਦੇ ਨਾਲ ਸੰਪਰਕ ਹੋਇਆ। ਉਹਨਾਂ ਦੇ ਪ੍ਰੋਗਰਾਮ ਸੀਗਾ ਲੁਧਿਆਣੇ, ਉੱਥੇ ਜਾਣ ਦਾ ਮੌਕਾ ਮਿਲਿਆ। ਉੱਥੇ ਗਏ, ਉੱਥੇ ਉਹਨਾਂ ਨੇ ਦੱਸਿਆ ਕਿ ਸਾਡੀ ਸੰਸਥਾ, ਆਪਣੀ ਸੰਸਥਾ ਜੋ ਹੈ ਇਹ ਯੂਨੈਸਕੋ ਨਾਲ ਮਿਲ ਕੇ ਜਿਹੜੀਆਂ ਲੁਪਤ ਹੋ ਰਹੀਆਂ ਭਾਸ਼ਾਵਾਂ ਨੇ ਉਹਨਾਂ 'ਤੇ ਕੰਮ ਕਰ ਰਹੀ ਹੈ। ਉਹਨਾਂ ਨੇ ਡੈਲੀਗੇਟ ਜਿਹੜੇ ਨੇ 5 ਤਰੀਕ ਨੂੰ ਆਪਣੇ ਕੋਲ ਆਉਣੇ ਹੈ ਤੇ ਤੁਸੀਂ ਸਾਰੇ ਜਣੇ ਉਹਦੇ ਨਾਲ ਹਾਜ਼ਰੀਆਂ ਜ਼ਰੂਰ ਕਰਿਆ ਜੀ। ਮੈਂ ਉਸ ਬਾਰੇ ਇੰਟਰਸਟ ਹੋਰ ਲਿਆ। ਮੈਂ ਆਪਣਾ ਕਾਰਜ ਉਹਨਾਂ ਨੂੰ ਦਿਖਾਇਆ ਕਿ ਮੈਂ ਇਸ ਕਾਰਜ 'ਤੇ ਕੰਮ ਕਰਦਾ ਪਿਆ। ਮੈਂ ਗੁਰਮੁਖੀ ਜਿਹੜੀ ਗੁਰਬਾਣੀ ਦੀ ਕੈਲੀਗ੍ਰਾਫੀ ਕਰਦਾ, ਜਿਹੜੀ ਕਿ ਸਾਡੀ ਵਿਰਾਸਤ ਹੈ, ਉਹ ਲੁਪਤ ਹੋ ਚੁੱਕੀ ਹੈ, ਉਸ 'ਤੇ ਮੈਂ ਕੰਮ ਕਰ ਰਿਹਾ। ਉਹਨਾਂ ਨੇ ਮੈਨੂੰ ਵੈਲਕਮ ਕਿਹਾ, ਮੈਨੂੰ ਕਿਹਾ ਵੀ ਤੁਸੀਂ ਆਪਣੀ ਪ੍ਰਦਰਸ਼ਨੀ ਜੋ ਤੁਹਾਡੀਆਂ ਲਿਖਤਾਂ ਨੇ ਉਹ ਤੁਸੀਂ ਲੈ ਕੇ ਆਓ, ਅਤੇ ਮੈਨੂੰ ਉੱਥੇ ਆਪਣੀਆਂ ਲਿਖਤਾਂ ਲਿਜਾਣ ਦਾ ਮੌਕਾ ਮਿਲਿਆ। ਉਸੇ ਹੀ ਸਮੇਂ ਦੌਰਾਨ ਸਾਡੀਆਂ ਜਿਹੜੀਆਂ ਲਿਖਤਾਂ ਹਨ, ਇੱਕ ਲਲਿਤ ਕਲਾ ਅਕੈਡਮੀ ਵੱਲੋਂ ਚੰਡੀਗੜ੍ਹ ਇੱਕ ਸਮਾਗਮ ਹੋਇਆ ਸੀ, ਮੁਕਾਬਲਾ ਹੋਇਆ ਸੀਗਾ। ਉਹਨਾਂ ਨੇ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਮੁਕਾਬਲਾ ਕਰਵਾਇਆ ਸੀ, ਜਿਸ ਦੇ ਵਿੱਚ ਉਹਨਾਂ ਨੇ ਸਾਰੇ ਆਪਣੇ ਇੰਡੀਆ ਦੇ ਵਿੱਚੋਂ ਬਾਹਰੋਂ ਵੀ ਕੈਲੀਗ੍ਰਾਫਰਾਂ ਨੂੰ ਸੱਦ ਕੇ ਬਾਬੇ ਨਾਨਕ ਦੀ ਗੁਰਬਾਣੀ ਲਿਖੀ ਹੋਵੇ ਉਹ ਲਿਖਤਾਂ ਲੈ ਕੇ ਆਉਣ, ਅਤੇ ਅਸੀਂ ਵੀ ਆਪਣੀਆਂ ਲਿਖਤਾਂ ਲੈ ਕੇ ਗਏ। 62 ਬੰਦੇ, ਉਹਨਾਂ ਵਿੱਚੋਂ 22 ਬੰਦੇ ਉਹਨਾਂ ਨੇ ਸਿਲੈਕਟ ਕੀਤੇ, ਉਹਨਾਂ ਵਿੱਚੋਂ ਦਾ ਨਾਮ ਜਿਹੜਾ ਸੀਗਾ 22 ਬੰਦਿਆਂ ਵਿੱਚ। ਔਰ ਉਹ 22 ਬੰਦਿਆਂ ਦੇ ਵਿੱਚੋਂ ਸਾਨੂੰ ਉੱਥੇ ਜਿਹੜੀ ਐਗਜੀਬਿਸ਼ਨ ਚੱਲ ਰਹੀ ਸੀਗੀ, ਸਾਰੀਆਂ ਲਿਖਤਾਂ ਜਿਹੜੀਆਂ ਸਨ ਉੱਥੇ ਚੱਲ ਰਹੀਆਂ ਸਨ। ਉਸ ਤੋਂ ਬਾਅਦ ਨਾਲ ਦੀ ਨਾਲ ਇਹ ਸਟੱਡੀ ਸਰਕਲ ਵੀਰਾਂ ਨੇ ਸੱਦਿਆ, ਉੱਥੇ ਜਾਣ ਦਾ ਮੌਕਾ ਮਿਲਿਆ। ਜਦੋਂ ਉੱਥੇ ਫਿਰ ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਸਨਮਾਨ ਦਿੱਤਾ ਕਿ 2019 ਦਾ ਲੁਪਤ ਹੋ ਰਹੀਆਂ ਭਾਸ਼ਾਵਾਂ 'ਤੇ ਜਿਹੜਾ ਕੰਮ ਕਰਨ ਵਾਲੇ ਪਹਿਲੇ ਵੀਰ ਉਹ ਸਾਹਿਬ ਸਿੰਘ ਜੀ ਸਾਡੇ ਵੀਰ ਨੂੰ ਉਹ ਸਨਮਾਨ ਮਿਲਿਆ, ਉਹ ਅਵਾਰਡ ਮਿਲਿਆ। ਇਹ ਵੀਰ ਜਿਹੜੇ ਨੇ ਉਹਨਾਂ 'ਤੇ ਕੰਮ ਕਰ ਗਏ। ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਦੀ ਮੇਰੀ ਬਹੁਤ ਵੱਡੀ ਪ੍ਰਾਪਤੀ ਸੀਗੀ। ਨਿਗਾਹ ਘੱਟ ਸੀ, ਪਰ ਇਸ ਨਿਗਾਹ ਘੱਟ ਹੋਣ ਦੇ ਨਾਲ ਇਸ ਨੂੰ ਆਪਣਾ ਗੋਲ ਮੰਨਿਆ, ਜੂਝਿਆ ਇਸ ਨਾਲ। ਪਿਆਰੇ ਵੀਰੋ, ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ, ਜੇਕਰ ਉਸ ਦਾ ਚੰਗਾ ਨਿਸ਼ਾਨਾ ਮਿਲ ਕੇ ਅੱਗੇ ਵਧੀਏ ਤਾਂ ਉਹ ਸਾਡੀ ਜ਼ਿੰਦਗੀ ਦੇ ਵਿੱਚ ਵਰਦਾਨ ਸਿੱਧ ਹੁੰਦੀ ਹੈ। ਸੋ ਮੈਨੂੰ ਮੇਰੀ ਨਿਗਾਹ ਘੱਟ ਹੋਣ ਦੇ ਬਾਵਜੂਦ ਵੀ ਕਿਸੇ ਸਤਿਗੁਰਾਂ ਦੁਆਰਾ ਕੀਤੇ ਗਏ ਗੁਣਾਂ ਨੇ ਅੱਜ ਮੈਨੂੰ ਦੁਨੀਆ ਦੇ ਵਿੱਚ ਐਜ਼ ਏ ਕੈਲੀਗ੍ਰਾਫਰ ਸ਼ੁਰੂ ਕਰ ਦਿੱਤਾ, ਜਨਮ ਦਿੱਤਾ। ਸੋ ਸਤਿਕਾਰ ਵੀਰੋ, ਇਹ ਹੈ ਮੇਰੀ ਜ਼ਿੰਦਗੀ ਦੀ ਘਟਨਾ। Please subscribe to our YouTube channel and press the bell icon for the latest updates.